Dear student, now we are going to start the second unit, current electricity. ਸਾਡਾ ਜਿਹੜਾ ਅੱਜ ਦਾ ਲੈਕਚਰ ਹੈ ਕਨਸੈਪਟ ਬਿਲਡਿੰਗ ਹੈ। ਅੱਜ ਅਸੀਂ ਜਿਹੜਾ ਹੈ ਕਰੰਟ ਨੂੰ ਡਿਟੇਲ ਚ ਪੜਾਂਗੇ। ਵਾਟ ਇਜ਼ ਕਰੰਟ, ਕਰੰਟ ਨੂੰ ਫਲੋ ਕਰਾਉਣ ਵਾਸਤੇ ਸਾਨੂੰ ਕਿਹੜੀਆਂ ਕੰਡੀਸ਼ਨ ਚ ਚਾਹੀਦੀਆਂ ਨੇ, what are the different types of current, etc. Now first of all we start with current electricity, the branch of physics which deals with the charges which are in motion is called current electricity. ਫਿਜ਼ਿਕਸ ਦੀ ਉਹ ਬ੍ਰਾਂਚ ਜਿਹੜੀ ਡੀਲ ਕਰੇਗੀ ਮੋਸ਼ਨ ਵਾਲੇ ਚਾਰजेस ਨੂੰ, ਉਹਨੂੰ ਅਸੀਂ ਕਰੰਟ ਇਲੈਕਟ੍ਰਿਸਿਟੀ ਕਹਿੰਦੇ ਹਾਂ। ਜਿਸ ਤਰ੍ਹਾਂ ਅਸੀਂ ਪਹਿਲਾ ਯੂਨਿਟ ਪੜਿਆ ਇਲੈਕਟ੍ਰੋਸਟੈਟਿਕ, ਉਹਦੇ ਵਿੱਚ ਅਸੀਂ ਸਟੱਡੀ ਕੀਤੀ ਸੀ ਕਿ ਜਿਹੜੇ ਚਾਰजेस ਰੈਸਟ ਵਿੱਚ ਹੈਗੇ ਸੀ। ਨਾਓ the charges are in motion and that branch of physics which deals with that charges is called current electricity. Now first of all we will discuss what is electric current. Electric current की चीज है, मेरी डेफिनेशन लिखी है, the rate of flow of charge. रेट का मतलब है टाइम दे अकॉर्डिंग चार्ज का फ्लो करना थ्रू एनी section of the conductor is called electric current. इलैक्ट्रिक करंट ਨੂੰ ਪੈਦਾ ਕਰਨ ਵਾਸਤੇ ਸਾਨੂੰ ਪਹਿਲੀ ਗੱਲ ਤੇ ਚਾਰਜ ਚਾਹੀਦਾ ਹੈ। ਨੰਬਰ 2 ਉਹ ਚਾਰਜ ਸਾਡਾ ਜਿਹੜਾ ਹੈ ਫ੍ਰੀ ਹੋਣਾ ਚਾਹੀਦਾ ਹੈ ਤਾਂ ਜੋ ਉਹ ਮੂਵ ਕਰ ਸਕੇ। ਜਦੋਂ ਚਾਰਜ ਮੂਵ ਕਰੇਗਾ with time then we can say current is flowing. ਇਹਦਾ ਮਤਲਬ ਕਰੰਟ ਨੂੰ ਫਲੋ ਕਰਾਉਣ ਵਾਸਤੇ ਸਾਨੂੰ ਫ੍ਰੀ ਚਾਰਜ ਜਿਹੜਾ ਹੈ ਮੋਸ਼ਨ ਵਿੱਚ ਚਾਹੀਦਾ ਹੈ। ਨਾਓ ਫਰੋਮ ਵੇਅਰ ਵੀ ਗੈਟ ਦਾ ਫ੍ਰੀ ਚਾਰਜ, ਸਾਨੂੰ ਫ੍ਰੀ ਚਾਰਜ ਜਿਹੜਾ ਹੈ ਉਹ ਕਿੱਥੋਂ ਮਿਲੇਗਾ। ਸਾਨੂੰ ਪਤਾ ਹੈ ਕੰਡਕਟਰ, ਇਹਦੇ ਅੰਦਰ ਜਿਹੜੇ ਐਟਮਸ ਨੇ, ਐਟਮਸ ਦੇ ਜਿਹੜੇ ਆਊਟਰ ਮੋਸਟ ਸ਼ੈਲ ਦੇ ਇਲੈਕਟ੍ਰੋਨਸ ਨੇ, ਜਿਨ੍ਹਾਂ ਨੂੰ ਅਸੀਂ ਵੈਲੈਂਸ ਇਲੈਕਟ੍ਰੋਨ ਬੋਲਦੇ ਹਾਂ, they are loosely bound with the nucleus. ਉਹਦੀ ਜਿਹੜੀ ਹੈ ਨਿਊਕਲੀਅਸ ਦੇ ਨਾਲ ਬਾਈਂਡਿੰਗ ਘੱਟ ਹੋਣ ਕਰਕੇ ਅਸੀਂ ਮੰਨਦੇ ਹਾਂ ਕਿ ਉਹ ਜਿਹੜੇ ਇਲੈਕਟ੍ਰੋਨਸ ਨੇ they are free to move at room temperature. ਉਹ ਰੂਮ ਟੈਂਪਰੇਚਰ ਦੇ ਉੱਤੇ ਮੂਵ ਕਰ ਸਕਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਆ ਫ੍ਰੀ ਚਾਰਜ। ਇਹਦਾ ਮਤਲਬ ਕੰਡਕਟਰ ਦੇ ਵਿੱਚ ਜਿੰਨੇ ਵੀ ਸਾਡੇ ਇਲੈਕਟ੍ਰੋਨਸ ਨੇ they are free to move and they are called free charge. ਜਦੋਂ ਇਹ free charge move ਕਰਦਾ ਹੈ under the application of potential difference applied, then you can say the current is flowing. Now clear? ਕਰੰਟ ਨੂੰ flow ਕਰਾਉਣ ਵਾਸਤੇ ਚਾਰਜ ਦਾ flow ਕਰਨਾ ਬਹੁਤ ਜ਼ਰੂਰੀ ਹੈ ਤੇ ਚਾਰਜ ਤਾਂ ਹੀ flow ਕਰੇਗਾ ਜੇਕਰ ਸਾਨੂੰ ਜਿਹੜਾ ਹੈ free charge available ਹੋਏਗਾ। Now the rate of flow of charge, time ਦੇ according charge ਦਾ flow ਕਰਨਾ through any section of the conductor is called electric current. ਆਓ ਇਸ ਨੂੰ ਅਸੀਂ ਡਿਟੇਲ ਦੇ ਵਿੱਚ ਜਿਹੜਾ ਹੈ ਸਟੱਡੀ ਕਰਦੇ ਹਾਂ। Suppose we have a conductor. मान लो ਸਾਡੇ ਕੋਲ ਇੱਕ ਕੰਡਕਟਰ ਹੈ। ਇਸ ਕੰਡਕਟਰ ਦੀ ਜਿਹੜੀ ਲੈਂਥ ਹੈ ਸਪੋਜ਼ ਇਟ ਇਜ਼ L, ਕੰਡਕਟਰ ਦੀ ਲੈਂਥ L। ਜਿਹੜਾ ਮੈਂ ਆਹ ਪੋਰਸ਼ਨ ਸ਼ੇਡਡ ਕੀਤਾ ਹੈ this is called area of cross section. ਇਸ ਨੂੰ ਅਸੀਂ ਬੋਲਦੇ ਹਾਂ area of cross section। ਜਿਸ ਤਰ੍ਹਾਂ ਇਹ ਚੌਕ ਹੈ, ਇਹਦਾ ਜਿਹੜਾ ਆਹ ਵਾਲਾ ਜਿਹੜਾ ਏਰੀਆ ਹੈ that is called area of cross section. Now we can also plot area of cross section inside the conductor. ਇਹ ਸਾਡੇ ਕੋਲ ਕੋਈ ਵਾਇਰ ਹੈ, ਜਿਸ ਤਰ੍ਹਾਂ ਸਾਡੇ ਕੋਲ ਇੱਕ ਸਿਲੰਡਰੀਕਲ ਵਾਇਰ,
ਇਹਦੇ ਅੰਦਰ ਵੀ ਅਸੀਂ ਜਿਹੜਾ ਹੈ ਇਹ ਸ਼ੋ ਕੀਤਾ ਹੈ ਏਰੀਆ ਆਫ ਕ੍ਰੋਸ ਸੈਕਸ਼ਨ देयर कैन बी ਲਾਰਜ ਨੰਬਰ ਆਫ ਏਰੀਆ ਕ੍ਰੋਸ ਸੈਕਸ਼ਨ ਅਸੀਂ ਵਿੱਚ ਜਸਟ ਇੱਕ ਹੀ ਅਸੀਂ ਸ਼ੋ ਕੀਤਾ ਹੈ। ਜਦੋਂ ਇਸ ਨੂੰ ਅਸੀਂ ਇੱਥੋਂ ਕੱਟਾਂਗੇ ਸਾਡੇ ਕੋਲ ਬਹੁਤ ਸਾਰੇ ਜਿਹੜੇ ਨੇ ਵਿੱਚ ਏਰੀਆ ਆਫ ਕ੍ਰੋਸ ਸੈਕਸ਼ਨ ਜਿਹੜੇ ਨੇ ਉਹ ਬਣ ਸਕਦੇ ਨੇ। ਨਾਓ when the charge passes through this area of cross section, ਜਦੋਂ ਇਸ ਏਰੀਆ ਆਫ ਕ੍ਰੋਸ ਸੈਕਸ਼ਨ ਦੇ ਵਿੱਚੋਂ ਜਿਹੜਾ ਹੈ ਚਾਰਜ ਮੂਵ ਕਰਦਾ ਹੈ then we can say the current is flowing। ਜਦੋਂ ਵਾਇਰ ਵਿੱਚ ਅਸੀਂ ਕਹਿੰਦੇ ਵੀ ਕਰੰਟ ਆ ਰਿਹਾ ਇਹਦਾ ਮਤਲਬ ਹੈ ਕਿ ਚਾਰਜ ਜਿਹੜਾ ਹੈ ਹਰ ਇੱਕ ਕ੍ਰੋਸ ਸੈਕਸ਼ਨ ਏਰੀਆ ਦੇ ਵਿੱਚੋਂ ਜਿਹੜਾ ਹੈ ਉਹ ਚਾਰਜ ਮੂਵ ਕਰ ਰਿਹਾ and then we can say the electric current is flowing। electric current is the rate of flow of charge through any section of the conductor। suppose ਇਸ ਕ੍ਰੋਸ ਸੈਕਸ਼ਨ ਏਰੀਆ ਦੇ ਵਿੱਚੋਂ ਸਾਡੇ ਕੋਲ ਜਿਹੜਾ ਚਾਰਜ ਫਲੋ ਕੀਤਾ ਮੰਨ ਲਓ ਟੋਟਲ Q ਇਨ ਟਾਈਮ t, ਉਸ ਚਾਰਜ ਨੂੰ ਫਲੋ ਕਰਨ ਦਾ ਟਾਈਮ ਲੱਗਾ t, then you can write ਕਰੰਟ ਨੂੰ ਅਸੀਂ I ਦੇ ਨਾਲ ਡਿਨੋਟ ਕਰਦੇ ਹਾਂ, I for current is equal to ਉੱਪਰ ਸਾਡੇ ਕੋਲ ਆ ਜਾਏਗਾ ਚਾਰਜ flowing divided by ਥੱਲੇ ਆ ਜਾਏਗਾ ਸਾਡੇ ਕੋਲ ਟਾਈਮ ਟੇਕਨ। ਕਰੰਟ is equal to charge flowing divided by time taken and I is equal to Q, ਜਿੰਨਾ ਚਾਰਜ ਫਲੋ ਕੀਤਾ ਡਿਵਾਈਡ ਕਰਾਂਗੇ ਜਿੰਨੇ ਟਾਈਮ ਦੇ ਵਿੱਚ ਉਹ ਫਲੋ ਕੀਤਾ, then we will get I is equal to Q by T। this is the formula for electric current। ਚਾਰਜ ਨੂੰ ਟਾਈਮ ਦੇ ਨਾਲ ਅਸੀਂ ਡਿਵਾਈਡ ਕਰਕੇ ਜਿਹੜਾ ਹੈ ਕਰੰਟ ਦੀ ਕੈਲਕੂਲੇਸ਼ਨ ਕਰਨੀ ਹੈ। now in this case I have assumed, ਮੈਂ ਕੀ assume ਕੀਤਾ ਹੈ, the rate of flow is independent of time। ਮੈਂ assume ਕਰਕੇ ਚੱਲਿਆ ਕਿ ਜਿਹੜਾ ਰੇਟ ਹੈ ਉਹ ਜਿਹੜਾ ਫਲੋ ਹੁੰਦਾ ਰੇਟ ਉਹ ਟਾਈਮ ਤੇ ਡਿਪੈਂਡ ਨਹੀਂ ਕਰ ਰਿਹਾ। ਕਹਿਣ ਦਾ ਮਤਲਬ equal charge is flowing in equal interval of time। ਸਾਡੇ ਕੋਲ ਚਾਰਜ ਜਿਹੜਾ ਹਰ ਇਕੁਅਲ ਟਾਈਮ ਬਾਅਦ ਸੇਮ ਚਾਰਜ ਹੀ ਫਲੋ ਕਰ ਰਿਹਾ ਹੈ। ਇਹਦਾ ਮਤਲਬ ਹੈ ਜਦੋਂ ਮਰਜ਼ੀ ਦੇਖੋਗੇ ਜਿਸ ਟਾਈਮ ਤੇ ਮਰਜ਼ੀ ਨੋਟ ਕਰੋ ਸਾਡੇ ਕੋਲ ਇਕੁਅਲ ਚਾਰਜ ਹੀ ਫਲੋ ਕਰ ਰਿਹਾ ਹੈ, then you can say the current is steady। ਇਸ ਕਰੰਟ ਦਾ ਨਾਮ ਹੋਏਗਾ ਸਾਡੇ ਕੋਲ ਸਟੈਡੀ ਕਰੰਟ। ਉਹ ਕਰੰਟ ਜਿਹੜਾ ਹਮੇਸ਼ਾ ਸੇਮ ਰਹੇਗਾ ਜਿਹਦੇ ਵਿੱਚ ਰੇਟ ਆਫ ਫਲੋ ਆਫ ਚਾਰਜ ਜਿਹੜਾ ਹੈ ਹਮੇਸ਼ਾ ਕਾਂਸਟੈਂਟ ਰਹੇਗਾ। ਜਿਸ ਤਰ੍ਹਾਂ ਅਸੀਂ +1 ਦੇ ਵਿੱਚ ਯੂਨੀਫਾਰਮ ਸਪੀਡ ਪੜ੍ਹੀ, ਯੂਨੀਫਾਰਮ ਵੈਲੋਸਿਟੀ ਬਾਰੇ ਪੜ੍ਹਦੇ ਹਾਂ, ਯੂਨੀਫਾਰਮ ਮੋਸ਼ਨ ਕਿ ਇਕੁਅਲ ਟਾਈਮ ਬਾਅਦ ਇਕੁਅਲ ਡਿਸਪਲੇਸਮੈਂਟ ਹੋ ਰਹੀ ਹੈ, ਅਸੀਂ ਕਹਿੰਦੇ ਹਾਂ ਕਿ ਉਹਦੀ ਜਿਹੜੀ ਸਪੀਡ ਹੈ ਯੂਨੀਫਾਰਮ ਹੈ, ਇੱਕਸਾਰ ਰਹਿੰਦੀ ਹੈ। ਇਸ ਤਰ੍ਹਾਂ ਜੇਕਰ ਸਾਡਾ ਰੇਟ ਆਫ ਫਲੋ ਆਫ ਚਾਰਜ ਜਿਹੜਾ ਬਿਲਕੁਲ ਟਾਈਮ ਤੋਂ ਇੰਡੀਪੈਂਡੈਂਟ ਹੀ ਹੈ ਹਮੇਸ਼ਾ ਸੇਮ ਹੀ ਰਹਿ ਰਿਹਾ, ਇਹਦਾ ਮਤਲਬ ਹੈ ਕਿ ਸਾਡਾ ਜਿਹੜਾ ਕਰੰਟ ਦੀ ਵੈਲਿਊ ਕਦੀ ਚੇਂਜ ਨਹੀਂ ਹੋਏਗੀ। then you can apply the formula I equal to Q by T। ਇਹ ਤਾਂ ਫਾਰਮੂਲਾ ਲਗਾਉਣਾ ਹੈ ਜੇਕਰ ਹਰ ਇਕੁਅਲ ਟਾਈਮ ਬਾਅਦ ਇਕੁਅਲ ਚਾਰਜ ਫਲੋ ਕਰਦਾ ਹੈ, then if we have steady current then I is equal to Q by T। in case suppose ਟਾਈਮ ਜਿਹੜਾ ਹੈ ਉਹਦੇ ਅਕੋਰਡਿੰਗ ਚਾਰਜ ਜਿਹੜਾ ਫਲੋ ਕਰ ਰਿਹਾ ਹੈ ਕਿਸੇ ਕ੍ਰੋਸ ਸੈਕਸ਼ਨ ਏਰੀਆ ਦੇ ਵਿੱਚੋਂ ਮੰਨ ਲਓ ਉਹ ਚੇਂਜ ਹੋ ਰਿਹਾ, ਕਦੀ ਚਾਰਜ ਜ਼ਿਆਦਾ ਫਲੋ ਕਰਦਾ ਹੈ ਕਦੀ ਚਾਰਜ ਘੱਟ ਫਲੋ ਕਰ ਦਿੰਦਾ ਹੈ, then the current will be time varying current। ਉਹ ਕਰੰਟ ਸਾਡਾ ਜਿਹੜਾ ਹੈ ਟਾਈਮ ਦੇ ਅਕੋਰਡਿੰਗ ਜਿਹੜਾ ਹੈ ਉਹ ਵੇਰੀ ਕਰੇਗਾ। ਕਦੀ ਕਰੰਟ ਦੀ ਵੈਲਿਊ ਹੈ ਜਿਹੜੀ ਵੱਧ ਸਕਦੀ ਹੈ ਤੇ ਕਈ ਵਾਰ ਕਰੰਟ ਦੀ ਵੈਲਿਊ ਘੱਟ ਵੀ ਸਕਦੀ ਹੈ, and that current is called time varying current। ਇਸ ਤਰ੍ਹਾਂ ਦੇ ਕਰੰਟ ਨੂੰ ਨਿਕਾਲਣ ਵਾਸਤੇ ਸਾਨੂੰ ਜਿਹੜਾ ਹੈ ਐਵਰੇਜ ਕਰੰਟ, ਇੱਕ ਨਵੀਂ ਟਰਮ ਆਈ ਸਾਡੇ ਕੋਲ ਐਵਰੇਜ ਕਰੰਟ। ਐਵਰੇਜ ਕਰੰਟ ਉਦੋਂ ਨਿਕਾਲਣਾ ਹੈ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਸਾਡਾ ਜਿਹੜਾ ਚਾਰਜ ਜਿਹੜਾ ਫਲੋ ਕਰ ਰਿਹਾ ਹੈ ਉਹ ਟਾਈਮ ਦੇ ਅਕੋਰਡਿੰਗ ਜਿਹੜਾ ਹੈ ਉਹ ਚੇਂਜ ਹੋ ਰਿਹਾ। ਜਿਸ ਤਰ੍ਹਾਂ ਅਸੀਂ +1 ਦੇ ਵਿੱਚ ਕੋਈ ਵੀ ਰੀਡਿੰਗ ਲੈਂਦੇ ਆ ਤੇ ਰੀਡਿੰਗਸ ਜਦੋਂ ਅਸੀਂ ਟੇਬਲ ਤਿਆਰ ਕਰਦੇ ਆ ਸਾਡੇ ਕੋਲ 3-4 ਰੀਡਿੰਗਸ ਆਉਂਦੀਆਂ ਨੇ। ਉਹ 3-4 ਰੀਡਿੰਗਸ ਵਿੱਚ ਥੋੜਾ ਫਰਕ ਪੈਂਦਾ ਹੈ ਤੇ ਉਸ ਤੋਂ ਬਾਅਦ ਆਖਿਰ ਵਿੱਚ ਅਸੀਂ ਉਹਦੀ ਐਵਰੇਜ ਨਿਕਾਲਦੇ ਆ। that average will give you the
constant value. Similarly, if the charge flowing is changing with time, then we will use the term average current. ਉਹ ਐਵਰੇਜ ਕਰੰਟ ਕਿਸ ਤਰ੍ਹਾਂ ਨਿਕਾਲਾਂਗੇ? ਸਪੋਜ਼ ਸਾਡੇ ਕੋਲ ਜਿਹੜਾ ਹੈ ਇਸ ਕ੍ਰੋਸ ਸੈਕਸ਼ਨ ਏਰੀਆ ਵਿੱਚੋਂ ਚਾਰਜ ਫਲੋ ਕਰ ਰਿਹਾ ਹੈ ਡੈਲਟਾ Q. This is a small charge flowing through any cross section of the conductor in time. किस टाइम च फ्लो किया? डेल्टा T. डेल्टा T मैंने small change in time. इस थोड़े जे चेंज ਦੇ ਵਿੱਚ ਕੀ ਹੋਇਆ? ਥੋੜਾ ਜਿਹਾ ਚਾਰਜ ਮੰਨ ਲਓ ਫਲੋ ਕਰ ਗਿਆ, ਸਾਡੇ ਕੋਲ ਕਿੰਨਾ ਫਲੋ ਕੀਤਾ? ਡੈਲਟਾ Q. then ਐਵਰੇਜ ਕਰੰਟ ਜਿਹੜਾ ਹੈ ਇਟ ਵਿਲ ਬੀ ਗਿਵਨ ਬਾय I. ਇਹਦੇ ਪੈਰ ਵਿੱਚ ਅਸੀਂ ਲਿਖਾਂਗੇ AV. ਐਵਰੇਜ ਕਰੰਟ ਇਜ਼ ਗਿਵਨ ਬਾय ਜਿੰਨਾ ਚਾਰਜ ਫਲੋ ਕੀਤਾ ਡੈਲਟਾ Q ਡਿਵਾਈਡ ਕਰ ਦਾਂਗੇ ਇਹਨੂੰ, ਨੀਚੇ ਆ ਜਾਏਗਾ ਸਾਡੇ ਕੋਲ ਡੈਲਟਾ T. then this is a formula for average current, but this formula will apply only when if you find there is change in charge during time given. ਜੇ given time ਦੇ ਵਿੱਚ ਚਾਰਜ ਜਿਹੜਾ ਹੈ ਚੇਂਜ ਹੋ ਰਿਹਾ ਹੈ, ਕਦੀ ਜ਼ਿਆਦਾ ਹੋ ਰਿਹਾ ਹੈ, ਕਦੀ ਘੱਟ ਫਲੋ ਹੋ ਰਿਹਾ ਹੈ, ਉਦੋਂ ਤੁਸੀਂ ਜਿਹੜਾ ਹੈ ਐਵਰੇਜ ਕਰੰਟ ਅਸੀਂ ਨਿਕਾਲਦੇ ਹਾਂ. ਨਾਓ ਇਸ ਨੂੰ ਹੋਰ ਅਸੀਂ ਫਰਦਰ ਡਿਸਕਸ ਕਰਦੇ ਹਾਂ. ਮੰਨ ਲਓ ਇਹ ਸਾਨੂੰ ਜਿਹੜਾ ਹੈ ਟਾਈਮ ਇੰਟਰਵਲ ਦਿੱਤਾ ਹੈ. ਦਿਸ ਇਜ਼ ਦਾ ਟਾਈਮ ਇੰਟਰਵਲ ਡੈਲਟਾ T. ਇਹ ਹੈ ਸਾਡੇ ਕੋਲ ਟਾਈਮ. ਇਸ ਟਾਈਮ ਦੇ ਵਿੱਚ ਜਿਹੜਾ ਚਾਰਜ ਵਿੱਚ ਫਲੋ ਕਰ ਰਿਹਾ ਵਾਇਰ ਦੇ ਵਿੱਚੋਂ ਮੰਨ ਲਓ ਵੀ ਉਹ ਹੈਗਾ ਡੈਲਟਾ Q. ਇਹ ਹੈਗਾ ਸਾਡੇ ਕੋਲ ਟਾਈਮ ਇੰਟਰਵਲ ਗਿਵਨ, ਜਿਹਦੇ ਵਿੱਚ ਅਸੀਂ ਚੈੱਕ ਕਰਨਾ ਵੀ ਕਿਉਂਕਿ ਚਾਰਜ ਤੇ ਚੇਂਜ ਹੋ ਰਿਹਾ, ਕਦੀ ਵੱਧ ਰਿਹਾ ਕਦੀ ਘਟ ਰਿਹਾ, ਅਸੀਂ ਚੈੱਕ ਕਰਨਾ ਕਿ ਇੰਨੇ ਟਾਈਮ ਦੇ ਵਿੱਚ ਕਿੰਨਾ ਚਾਰਜ ਫਲੋ ਕੀਤਾ. ਨਾਓ ਦਿਸ ਇਜ਼ ਦਾ amount of charge flowing in time delta T. If we decrease this time interval, ਜੇ ਅਸੀਂ ਇਸ ਟਾਈਮ ਇੰਟਰਵਲ ਨੂੰ ਘਟਾਉਂਦੇ ਜਾਵਾਂਗੇ, ਲਾਈਕ ਸਪੋਜ਼ ਅਸੀਂ ਇਸ ਤਰ੍ਹਾਂ ਸ਼ੋ ਕਰਦੇ ਹਾਂ ਲਾਈਕ ਦਿਸ. ਇਹ ਸਾਡਾ ਟਾਈਮ ਬਹੁਤ ਹੀ ਅਸੀਂ ਘਟਾ ਦਿੱਤਾ. ਪਹਿਲਾਂ ਇੱਕ ਮੰਨ ਲਓ ਇਹ 2 ਹੈ, 2 ਸੈਕਿੰਡ ਸੀ ਤੇ 2.0001 ਬਹੁਤ ਘੱਟ ਟਾਈਮ ਬੀਤਿਆ ਹਲੇ. 2 ਤੋਂ ਲੈ ਕੇ 2.0001 ਕਹਿਣ ਦਾ ਮਤਲਬ ਸਿਰਫ ਤੇ ਸਿਰਫ ਸਾਡੇ ਕੋਲ ਇੰਨੇ ਟਾਈਮ ਦਾ ਅਸੀਂ ਵੇਖਣਾ ਹੈ ਕਿ ਕਿੰਨਾ ਕੁ ਚਾਰਜ ਫਲੋ ਕੀਤਾ. ਉਹ ਲਗਭਗ ਓਨਾ ਹੀ ਹੋਏਗਾ ਜਿੰਨਾ 2 ਸੈਕਿੰਡ ਤੇ ਫਲੋ ਕੀਤਾ, ਕਿਉਂਕਿ ਇਹ ਟਾਈਮ ਇੰਟਰਵਲ ਬਹੁਤ ਘਟਾ ਦਿੱਤਾ. ਨਾਓ if this time interval is very very small, then we can calculate the value of current at any instant. ਕਿਸੇ ਵੀ ਟਾਈਮ ਦੇ ਉੱਤੇ ਅਸੀਂ ਕਰੰਟ ਦੀ ਜਿਹੜੀ ਹੈ ਵੈਲਿਊ ਨਿਕਾਲ ਸਕਦੇ ਹਾਂ, and that current is called instantaneous value of current. instantaneous value ਉਹ ਵੈਲਿਊ ਹੈ ਜਿਹੜੀ ਜਿਸ ਟਾਈਮ ਦੇ ਉੱਤੇ ਅਸੀਂ ਮਰਜ਼ੀ ਚੈੱਕ ਕਰ ਸਕਦੇ ਹੁਣ ਜਿਹੜਾ ਹੈ ਵਾਇਰ ਵਿੱਚ ਕਰੰਟ ਕਿੰਨਾ ਹੈ. ਜਿਸ ਤਰ੍ਹਾਂ ਡੇਲੀ ਲਾਈਫ ਦੇ ਵਿੱਚ ਅਸੀਂ ਇੰਸਟੈਂਟੇਨੀਅਸ ਵੈਲੋਸਿਟੀ ਸਪੀਡ ਬਾਰੇ ਪੜਿਆ ਕਿ ਵੈਲੋਸਿਟੀ ਜਾਂ ਸਪੀਡ ਆਫ ਅ ਬੋਡੀ ਐਟ ਐਨੀ ਟਾਈਮ, ਕਿਸੇ ਟਾਈਮ ਤੇ ਬੋਡੀ ਦੀ ਕਿੰਨੀ ਸਪੀਡ ਹੈ ਉਹ ਹੁੰਦੀ ਹੈ ਇੰਸਟੈਂਟੇਨੀਅਸ. ਇਸੇ ਪ੍ਰਕਾਰ ਜੇ ਕਰੰਟ ਜਿਹੜਾ ਹੈ ਚਾਰਜ ਫਲੋਇੰਗ ਚੇਂਜ ਹੋ ਰਿਹਾ ਹੈ, ਇਹਦਾ ਮਤਲਬ ਸਾਡੇ ਕੋਲ ਇੱਕ ਟਰਮ ਆਏਗੀ ਇੰਸਟੈਂਟੇਨੀਅਸ ਕਰੰਟ, ਐਂਡ ਦੈਟ ਇਜ਼ ਦਾ ਵੈਲਿਊ ਆਫ ਕਰੰਟ ਐਟ ਐਨੀ ਇੰਸਟੈਂਟ. ਨਾਓ इंस्टेंटेनियस करंट तदों आएगा जदों डेल्टा टी टाइम इंटरवल विल बी वेरी वेरी स्मॉल. जदों इसनूं असीं छोटा करते जावांगे, इन्ना छोटा कर दांगे कि साडे कोल एक स्मॉल टाइम दे विच जिन्ना चार्ज इत्थे है उन्ना ही इत्थे फ्लो करेगा. असीं कहांगे भी है करंट एक टाइम 2 सैकंड दा ही साडे कोल करंट आएगा. इहदा मतलब इंस्टेंटेनियस जिहड़ा करंट है इस नूं बनाउण वास्ते I means instantaneous current. ਅਸੀਂ ਕੀ ਕਰਾਂਗੇ ਇੱਕ ਲਿਮਿਟ ਲਗਾਵਾਂਗੇ ਡੈਲਟਾ t tends to 0. ਡੈਲਟਾ t ਸਾਡਾ ਜਿਹੜਾ ਹੈ ਉਹ ਟਾਈਮ ਇੰਟਰਵਲ ਇੰਨਾ ਛੋਟਾ ਹੋ ਜਾਏਗਾ ਕਿ ਸਾਡੇ ਕੋਲ ਇੱਕ ਸਿੰਗਲ ਟਾਈਮ ਦਾ ਜਿਹੜਾ ਹੈ ਕਰੰਟ ਅਸੀਂ ਕੈਲਕੂਲੇਟ ਕਰ ਸਕਦੇ ਹਾਂ. ਨਾਓ ਇਫ ਦਿਸ ਇਜ਼ ਵੈਰੀ ਵੈਰੀ ਸਮਾਲ and this will be the formula for instantaneous value of current. This is the average value.
टोटल चार्ज फ्लोइंग ते टोटल जिन्ना टाइम लगेगा इंटरवल च ਉਹਨੂੰ कर लो। ਤੇ ਜੇ ਇੰਸਟੈਂਟੇਨੀਅਸ ਵੈਲਿਊ ਨਿਕਾਲਣੀ ਹੈ ਕਿਸੇ ਇੱਕ ਟਾਈਮ ਦੇ ਉੱਤੇ ਪਾਰਟਿਕੂਲਰ ਟਾਈਮ ਤੇ ਸਾਨੂੰ ਇਹ ਟਾਈਮ ਇੰਟਰਵਲ ਦੀ ਵੈਲਿਊ ਜਿਹੜੀ ਹੈ ਬਹੁਤ ਲਗਭਗ 0 ਹੀ ਕਰਨੀ ਪਏਗੀ। ਵੈਰੀ ਵੈਰੀ ਸਮਾਲ ਟਾਈਮ ਇੰਟਰਵਲ ਸ਼ੁੱਡ ਬੀ। ਨਾਓ ਇਹਨੂੰ ਅਸੀਂ ਸ਼ਾਰਟਕਟ ਦੇ ਵਿੱਚ ਕਿਸ ਤਰ੍ਹਾਂ ਲਿਖਦੇ ਹਾਂ, dq/dt। ਡੈਲਟਾ ਜਿਹੜਾ ਹੈ ਇਹਦੀ ਜਗ੍ਹਾ ਤੇ d ਪੈ ਜਾਂਦਾ ਹੈ ਜਦੋਂ ਅਸੀਂ ਨਾਲ ਲਿਮਿਟ ਲਗਾ ਦਿੰਦੇ ਆ ਕਿ ਜਿਹੜੀ ਚੇਂਜ ਜਿਹੜੀ ਆ ਰਹੀ ਹੈ ਇਟ ਇਜ਼ ਵੈਰੀ ਵੈਰੀ ਸਮਾਲ। ਨਾਓ ਦਿਸ ਇਜ਼ ਦਾ final formula for instantaneous value of current। ਸਾਡੇ ਕੋਲ ਜਿਹੜਾ ਹੈ ਕਰੰਟ ਦੇ ਤਿੰਨ ਫਾਰਮੂਲੇ ਆ ਗਏ। ਇੱਕ ਤੇ ਸਾਡੇ ਕੋਲ ਆ ਗਿਆ ਸਟੈਡੀ ਕਰੰਟ। ਸਟੈਡੀ ਕਰੰਟ ਵਾਸਤੇ ਸਿੰਪਲ I equal to Q/T। ਦੂਸਰਾ ਸਾਡੇ ਕੋਲ ਐਵਰੇਜ ਕਰੰਟ, it is delta Q/delta T। एवरेज करंट के नाल असी जे लिमिट लगा दोगे फिर साडे को इंस्टेंटेनियस वैल्यू ऑफ करंट आएगी एंड दैट विल बी इक्वल टू dq/dt। नाउ दीज आर द थ्री फॉर्मूले टू कैलकुलेट द करंट। नाउ if I plot the graph, जे असी ग्राफ प्लॉट करते हैं इधर पासे करंट शो कर देता, इधर टाइम है, इधर ओरिजिन। इफ वी गेट द स्ट्रेट लाइन पैरेलल टू टाइम एक्सिस, साडे को ग्राफ बिल्कुल स्ट्रेट लाइन आया टाइम एक्सिस दे पैरेलल, एदा मतलब साडा जिहड़ा करंट है ओदी वैल्यू चेंज नहीं हो रही, करंट दी वैल्यू हमेशा कांस्टेंट रह रही है। यह ग्राफ हो गया साडा स्टैडी करंट वास्ते। दिस इज द ग्राफ फॉर करंट which is steady in nature। if I plot the graph like this, या जिस तरह मर्जी असी ग्राफ प्लॉट कर दिए, ਇਹਦੇ ਵਿੱਚ देखोगे कि वैल्यू ਜਿਹੜੀ है करंट ਦੀ ਵੱਧਦੀ ਹੈ, ਘਟ ਜਾਂਦੀ ਹੈ, चेंज हो रही है। now these two graph are for time varying current, ਜਿਹੜਾ करंट अपना ਜਿਹੜਾ है time ਦੇ according ਜਿਹੜਾ है वो change हो रहा है। now सिंपल फॉर्मूला Q/T, करंट का फॉर्मूला आ गया Q/T। करंट का जिहड़ा है साडे कोल SI यूनिट है एम्पीयर ते चार्ज का SI यूनिट कूलम। टाइम वास्ते साडे कोल आ गया सेकंड। एदा मतलब साडे कोल 1 एम्पीयर इज इक्वल टू 1 कूलम पर सेकंड। 1 एम्पीयर इज दैट मच करंट। 1 एम्पीयर केड़ा करंट है जदों 1 सैकंड दे विच 1 कूलम चार्ज कंडक्टर दे किसी सैक्शन विचों क्रॉस कर गया, असी बोलोगे करंट जिहड़ा साडा 1 एम्पीयर आया। नाउ करंट इज सेट टू बी 1 एम्पीयर। यू कैन राइट आल्सो द करंट इज सेट टू बी 1 एम्पीयर इफ 1 coulomb of charge passes through any cross section of the conductor in 1 second। 1 सेकंड ਦੇ ਵਿੱਚ 1 कूलम चार्ज फ्लो कर गया, ਅਸੀਂ ਬੋਲਾਂਗੇ ਕਿ ਕਰੰਟ ਸਾਡਾ ਜਿਹੜਾ ਹੈ 1 एम्पीयर है। नाउ करंट इज अ स्केलर फिजिकल क्वांटिटी। करंट ਜਿਹੜਾ है स्केलर है, ਇਹ ਆਪਣੇ माइंड 'ਚ ਰੱਖਣਾ है। करंट की असी डायरेक्शन शो करांगे बट एक्चुअली दैट डायरेक्शन विल बी द डायरेक्शन ऑफ फ्लो ऑफ चार्ज। वो करंट दी नहीं है, असी अज्यूम करके चलते हैं वैसे करंट साडा जिहड़ा है स्केलर फिजिकल क्वांटिटी है। करंट स्केलर फिजिकल क्वांटिटी क्यों है? बिकॉज इट डू नॉट ओबे वैक्टर एडिशन लॉज। असी +1 च स्टडी कीता है वैक्टर क्वांटिटी वास्ते यह जरूरी हुंदा है दे शुड ओबे पैरेललोग्राम लॉ, ट्राइएंगल लॉ दे अकॉर्डिंग ओदी एडिशन होवे। जेड़ी चीज स्केलर है वो वैक्टर एडिशन लॉ नू ओबे नहीं करती। करंट भी साडा जिहड़ा है स्केलर फिजिकल क्वांटिटी है, यह वैक्टर दे एडिशन लॉज नू ओबे नहीं करता, सिर्फ ते सिर्फ स्केलर एडिशन लॉ ही बे करता है, प्लस माइनस वाले उन्होंने ओदे अकॉर्डिंग असी चलांगे।
कोई इत्थे रिजल्टेंट का फॉर्मूला असी नहीं लगाना। दो वायरस विच करंट फ्लो कर रहा है, उन्हां विच जिन्ना मर्जी एंगल होवे, जेकर दोनों वायर नूं असी जोड़ दिता, एक थर्ड वायर विचों जिहड़ा करंट जिहड़ा होएगा दोनों वायरां दा हमेशा सम ही होएगा। आओ इसनूं असी डिटेल च देखते हैं। मान लो साडे कोल एक वायर है, ਇਹਦੇ ਵਿੱਚੋਂ ਜਿਹੜਾ ਕਰੰਟ ਆ ਰਿਹਾ ਮੰਨ ਲਓ 10 ਐਂਪੀਅਰ, ਇੱਕ ਹੈ दूसरी ਵਾਇਰ ਹੈ, ਇਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਮੰਨ ਲਓ 2 ਐਂਪੀਅਰ, ਤੇ ਅੱਗੇ ਜਿਹੜੀ ਸਾਡੀ ਵਾਇਰ ਹੈ ਇਹਦੇ ਵਿੱਚੋਂ ਜਿਹੜਾ ਕਰੰਟ ਆਏਗਾ 12 ਐਂਪੀਅਰ ਹੀ ਆਏਗਾ। ਜੇ ਇਸ ਐਂਗਲ ਨੂੰ ਅਸੀਂ ਚੇਂਜ ਕਰ ਦਈਏ, ਮੰਨ ਲਓ ਇਹ 60 ਡਿਗਰੀ ਐਂਗਲ ਹੈ, ਜੇ ਇਸ ਐਂਗਲ ਨੂੰ ਅਸੀਂ ਚੇਂਜ ਵੀ ਕਰ ਦਿੰਦੇ ਹਾਂ, 0 ਡਿਗਰੀ ਕਰ ਲਓ, 180 ਡਿਗਰੀ ਕਰ ਲਓ, ਜਿੰਨਾ ਮਰਜ਼ੀ ਕਰ ਲਓ, जिन्ना करंट दोनों वायर च है हमेशा जिहड़ा है थर्ड वायर विचों दोनों दा जिहड़ा है वो सम ही जाएगा। यह एंगल दे उत्ते डिपेंड नहीं कीता। ਇਹਦਾ मतलब है कि इन्हें रिजल्टेंट वाला जिहड़ा फॉर्मूला है साडा, जिवें पी स्क्वायर प्लस क्यू स्क्वायर प्लस 2pq साडे कोल आ गया cos थीटा अंडर रूट, इस फॉर्मूले नूं ओबे नहीं कीता, क्योंकि जे यह वैक्टर हुंदी ते एंगल दे अकॉर्डिंग चलदे, तो जे एंगल चेंज होंदा ते cos की वैल्यू चेंज होनी सी, ते साडा जिहड़ा रिजल्टेंट है वो हमेशा सेम नहीं आना सी। पर करंट जिहड़ा है वैक्टर एडिशन लॉ नूं ओबे नहीं करदा, ए जस्ट ऐड ही हुंदा है, एंगल दे उपर दो वायर दे विच कितना एंगल है उत्ते डिपेंड नहीं करदा। इस करके जिहड़ा साडा करंट है इट इज स्केलर फिजिकल क्वांटिटी। नाउ द नेक्स्ट पॉइंट इज करंट इज मैक्रोस्कोपिक क्वांटिटी। जिहड़ा करंट है यह मैक्रोस्कोपिक टर्म है, जिस तरह लेंथ हो गया या साडे कोल वॉल्यूम हो गया, वो एक मैक्रोस्कोपिक है, पूरे बॉडी की प्रॉपर्टी है। इस तरह करंट भी साडे कोल जिहड़ा है मैक्रोस्कोपिक प्रॉपर्टी है। यह पूरी वायर दे विच हर जगह के उत्ते जिहड़ा है करंट जिहड़ा वो फ्लो करेगा, किसी एक पॉइंट ते करंट नहीं होएगा, पूरी वायर दे विच होएगा। इट इज अ मैक्रोस्कोपिक टर्म। एक असी टर्म जिहड़ी है नेक्स्ट लैक्चर विच स्टडी करांगे, करंट डेंसिटी। करंट डेंसिटी जिहड़ी है करंट पर यूनिट एरिया, वो असी नेक्स्ट पढ़ांगे। करंट पर यूनिट एरिया वो एक छोटे एरिए की प्रॉपर्टी है, दैट इज माइक्रोस्कोपिक टर्म है। पर करंट डेंसिटी असी जदों स्टडी करांगे तुसीं देखोगे दैट इज वैक्टर क्वांटिटी। करंट इज अ स्केलर एंड करंट डेंसिटी इज अ वैक्टर फिजिकल क्वांटिटी। नाउ नेक्स्ट, करंट दी जिहड़ी है असी एक डायरैक्शन जिहड़ी है असी चूज कीती है, जिसनूं असी बोलदे हां कन्वेंशनल डायरैक्शन ऑफ करंट। जिधर नूं पॉजिटिव चार्ज मूव करेगा कंडक्टर दे विचों, जिधर नूं पॉजिटिव चार्ज मूव करेगा उधर नूं ही असी करंट दी डायरैक्शन लैंदे हां। जिधर नूं पॉजिटिव चार्ज मूव करेगा उधर ही साडा जिहड़ा है करंट होएगा। पर सानू पता है कंडक्टर दे विच ते फ्री इलैक्ट्रॉन होंदे ने, सिर्फ इलैक्ट्रॉन मूव करदे आ, ते जे पॉजिटिव चार्ज इधर मूव करेगा ते फिर जिहड़े साडे जिहड़े इलैक्ट्रॉन होणगे ओहदे ऑपोजिट मूव करनगे। जदों असीं बाहरों इलैक्ट्रिक फील्ड लगावांगे, यह असीं नैक्सट लैक्चर च डिस्कस करना सारा। हले इन्ना ही याद रखना है, करंट दी डायरैक्शन किधर नूं है, जिधर पॉजिटिव चार्ज मूव करेगा उसे पासे साडा करंट होएगा, जां दूजे शब्दां च जिधर नूं इलैक्ट्रॉन जाणगे ओहदे जिहड़ा ऑपोजिट साडा जिहड़ा है वो करंट होएगा। दोनों गल्लां सेम ही ने, पॉजिटिव चार्ज ते नैगेटिव चार्ज ऑपोजिट डायरैक्शन च मूव करते हैं। असीं याद रखना है, जां ते इहदे अकॉर्डिंग याद रखो, जिधर पॉजिटिव चार्ज जांदा है उधर ही साडा करंट होएगा, ते जां जिधर नूं इलैक्ट्रॉन नैगेटिव चार्ज मूव करेगा ओहदे ऑपोजिट जिहड़ा है साडा जिहड़ा वो करंट दी डायरैक्शन होएगी। नाउ दिस इज द डायरैक्शन ऑफ करंट। इनू हमेशा अपने माइंड च रखना है, क्योंकि अगर ही सर्किट जिहड़े बनाने ने बैटरी लगा के पोटेंशियल डिफरेंस लगा के, तुहानू सारा पता होना चाहिए कि जे इलैक्ट्रॉन लैफ्ट टू राइट गया देन करंट विल बी फ्रॉम राइट टू लैफ्ट। नाउ इत्थे एक क्वेश्चन है, मान लो
ਸਾਡੇ ਕੋਲ ਪੋਜ਼ਿਟਿਵ ਚਾਰਜ ਇਸ ਡਾਇਰੈਕਸ਼ਨ ਦੇ ਵਿੱਚ ਫਲੋ ਕਰ ਰਿਹਾ, ਇਸ ਦੀ ਜਿਹੜੀ ਵੈਲਿਊ ਹੈ ਸਪੋਜ਼ ਇਟ ਇਜ਼ 10 ਕੂਲਮ ਪਰ ਸੈਕਿੰਡ। ਪੋਜ਼ਿਟਿਵ ਚਾਰਜ ਫਲੋ ਕਰ ਰਿਹਾ ਹੈ 1 ਸੈਕਿੰਡ ਚ ਕਿੰਨਾ ਚਾਰਜ ਫਲੋ ਕਰ ਰਿਹਾ ਹੈ 10 ਕੂਲਮ, ਤੇ ਇਹ ਹੁਣੇ ਅਸੀਂ ਪੜਿਆ ਕੂਲਮ ਪਰ ਸੈਕਿੰਡ ਜਿਹੜਾ ਹੈ ਇਸ ਨੂੰ ਐਂਪੀਅਰ ਵੀ ਲਿਖ ਸਕਦੇ ਹਾਂ। ਤੇ ਸਾਡੇ ਕੋਲ ਨੈਗੇਟਿਵ ਚਾਰਜ ਵੀ ਹੈ, ਉਹ ਇਹਦੇ ਆਪੋजिट ਜਿਹੜਾ ਹੈ ਉਹ ਫਲੋ ਕਰ ਰਿਹਾ ਹੈ, ਉਸ ਦੀ ਵੈਲਿਊ ਹੈ ਸਪੋਜ਼ 2 ਕੂਲਮ ਪਰ ਸੈਕਿੰਡ। ਨਾउ व्हाट विल बी द टोटल वैल्यू ऑफ करंट? टोटल करंट कितना आएगा? ਇਹ ਵੀ मूव कर रहा है, ਇਹਦੇ ਕਰਕੇ ਵੀ करंट पैदा होएगा, नेगेटिव चार्ज भी मान लो मूव कर रहा है, ਉਹਦੇ ਕਰਕੇ ਵੀ करंट होएगा। ਅਸੀਂ ਪੁੱਛਿਆ ਕਿ ਟੋਟਲ करंट ਕਿੰਨਾ ਹੋਏਗਾ। ਸਭ ਨਾਲ ਪਹਿਲਾਂ ਅਸੀਂ ਇਹਨਾਂ ਦੀ ਡਾਇਰੈਕਸ਼ਨ ਦੇਖਾਂਗੇ, ਕਿਉਂਕਿ करंट ਜਿਹੜਾ ਹੈ ਸਕੇਲਰ ਐਡੀਸ਼ਨ ਲਾਅ ਨੂੰ ਓਬੇ ਕਰਦਾ ਹੈ। ਨਾਓ ਜਿੱਧਰ ਪੋਜ਼ਿਟਿਵ ਚਾਰਜ ਜਾ ਰਿਹਾ ਹੈ ਤਾਂ ਸਾਨੂੰ ਪਤਾ ਹੈ ਉਧਰ ਹੀ ਕਰੰਟ ਹੋਏਗਾ। ਇਸ ਦੇ ਕਰੰਟ ਨੂੰ I1 ਕਹਿਤਾ, ਜੇ ਪੋਜ਼ਿਟਿਵ ਚਾਰਜ ਇੱਧਰ ਨੂੰ ਹੈ ਸਾਡਾ ਕਰੰਟ ਵੀ ਇਸ ਡਾਇਰੈਕਸ਼ਨ ਚ ਹੋਏਗਾ। ਜਿੱਧਰ ਨੂੰ ਨੈਗੇਟਿਵ ਚਾਰਜ ਆ ਰਿਹਾ ਹੈ ਉਹਦੇ ਆਪੋजिट ਸਾਡਾ ਕਰੰਟ ਹੋਏਗਾ, that will be I2। ਨੈਗੇਟਿਵ ਚਾਰਜ ਇੱਧਰ ਨੂੰ ਆ ਰਿਹਾ, ਸਾਡਾ ਕਰੰਟ ਉਹਦੇ ਆਪੋजिट ਫਲੋ ਕਰੇਗਾ। ਇਹ ਦੋਨੋਂ ਕਰੰਟ ਦੀ ਡਾਇਰੈਕਸ਼ਨ ਸੇਮ ਹੋਣ ਕਰਕੇ ਇਹ ਦੋਨਾਂ ਨੂੰ ਅਸੀਂ ਐਡ ਕਰ ਲਾਂਗੇ ਤੇ ਸਾਡੇ ਕੋਲ 10 plus 2 it will be equal to 12 coulomb per second, or you can write 12 ampere. This is the current which will add up. Now the next topic is what are charge carrier? चार्ज कैरियर वो चार्ज पार्टिकल्स ने जिन्ना करके करंट जिहड़ा है वो पैदा होंदा है। जिस तरह असी कंडक्टर की गल की, कंडक्टर दे विच साडे कोल फ्री इलैक्ट्रॉन्स होंदे ने जिहड़े मूव करदे ने, एंड दैट फ्री इलैक्ट्रॉन्स आर कॉल्ड चार्ज कैरियर। इन्हां नूं असी चार्ज कैरियर कहंदे आ, इन्हां नूं कंडक्शन इलैक्ट्रॉन भी बोलदे आ। दे आर आल्सो कॉल्ड चार्ज कैरियर, जिन्ना करके करंट जिहड़ा है वो पैदा होंदा है, उसनूं असी चार्ज कैरियर कहंदे हैं। नाउ इफ वी टॉक अबाउट इलैक्ट्रोलाइट, इलैक्ट्रोलाइट जिहड़ा है लिक्विड है, लिक्विड विच असी कोई ना कोई मान लो कि सॉल्ट विच घोल दिंदे आ। फॉर एग्जांपल साडे कोल वाटर है, बीकर विच ले लिया वाटर, वाटर दे विच असी सोडियम क्लोराइड या कॉपर सल्फेट जिहड़ा सोल्यूशन विच डिसॉल्व करता। वाटर दा डाइलैक्ट्रिक कांस्टेंट जे तुहानूं याद होवे 80 है, सब नालों ज्यादा है। वो की करदा है, सोडियम क्लोराइड नूं डिसोशिएट कर दिंदा है, उहनां नूं सैपरेट कर दिंदा है। साडे कोल सोडियम आयन बन जांदा है पानी दे विच ते साडे कोल क्लोराइड आयन। सिमिलरली कॉपर जिहड़ा आयन वखरा हो जांदा है ते साडे कोल जिहड़ा है सल्फेट आयन जिहड़ा है वो वखरा हो जांदा है। नाउ दीस आयन्स ਜਿਹੜੇ ਆ ਸਾਡੇ ਕੋਲ ਜਿਹੜੇ ਆਇਨ ਜਿਹੜੇ ਨੇ ਦੇ ਆਰ ਰਿਸਪੌਂਸਿਬਲ ਫॉर ਕਰੰਟ ਪ੍ਰੋਡਕਸ਼ਨ। ਇਹ ਜਦੋਂ ਆਇਨ ਇਲੈਕਟ੍ਰੋਲਾਈਟ ਚ ਮੂਵ ਕਰਦੇ ਆ ਅਸੀਂ ਕਹਿੰਦੇ ਆ ਕਿ ਸਾਡਾ ਜਿਹੜਾ ਹੈ ਉਹ ਕਰੰਟ ਜਿਹੜਾ ਹੈ ਉਹ ਫਲੋ ਕਰ ਗਿਆ। ਇਹਦਾ ਮਤਲਬ ਇਲੈਕਟ੍ਰੋਲਾਈਟ ਵਿੱਚ ਕਰੰਟ ਫਲੋ ਕਰਦਾ ਹੈ ਡਿਊ ਟੂ ਕਟਾਇਨ ਐਂਡ ਅਨਾਇਨ, ਉਹਦੇ ਕਰਕੇ ਜਿਹੜਾ ਹੈ ਕਰੰਟ ਤੁਹਾਡਾ ਜਿਹੜਾ ਹੈ ਉਹ ਮੂਵ ਕਰਦਾ ਹੈ। ਇਹਨਾਂ ਨੂੰ ਬੋਲਦੇ ਆ ਚਾਰਜ ਕੈਰੀਅਰ ਇਨ ਇਲੈਕਟ੍ਰੋਲਾਈਟ। ਸਿਮਿਲਰਲੀ ਇਫ ਵੀ ਹੈਵ 에ਅਰ, ਜਿਹੜਾ ਸਾਡੀ 에ਅਰ ਹੈ ਇਟ ਇਜ਼ ਇਨਸੂਲੇਟਰ। ਜੇ ਇਹ ਇਨਸੂਲੇਟਰ ਹੈ ਇਹਦਾ ਮਤਲਬ ਇਹਦੇ ਵਿੱਚੋਂ ਕਰੰਟ ਫਲੋ ਨਹੀਂ ਹੁੰਦਾ, ਪਰ ਜਦੋਂ ਅਸੀਂ ਹਾਈ ਪੋਟੈਂਸ਼ੀਅਲ ਡਿਫਰੈਂਸ 에ਅਰ ਉੱਪਰ ਅਪਲਾਈ ਕਰ ਦਿੰਦੇ ਆ ਦੈਨ 에ਅਰ ਜਿਹੜੀ ਸਾਡੀ ਆਇਨਾਈਜ਼ ਹੋ ਜਾਂਦੀ ਹੈ। ਤੇ ਜਦੋਂ 에ਅਰ ਆਇਨਾਈਜ਼ ਹੋ ਗਈ ਤੇ ਉਹਦੇ ਵਿੱਚੋਂ ਵੀ ਜਿਹੜਾ ਹੈ ਆਇਨਸ ਤੇ ਕਟਾਇਨ ਤੇ ਅਨਾਇਨ ਜਿਹੜੇ ਨੇ ਪੋਜ਼ਿਟਿਵ ਚਾਰਜ ਤੇ ਨੈਗੇਟਿਵ ਚਾਰਜ ਕ੍ਰੀਏਟ ਹੁੰਦਾ ਹੈ, ਜਿਹਦੇ ਕਰਕੇ 에ਅਰ ਦੇ ਵਿੱਚੋਂ ਜਿਹੜਾ ਹੈ ਕਰੰਟ ਜਿਹੜਾ ਹੈ ਫਲੋ ਹੋਣਾ ਸ਼ੁਰੂ ਹੋ ਜਾਂਦਾ ਹੈ। ਐਂਡ ਥੀਸ ਆਰ ਕਾਲਡ ਦ ਚਾਰਜ ਕੈਰੀਅਰ ਇਨ 에ਅਰ। ਸਿਮਿਲਰਲੀ ਸਾਡੇ ਕੋਲ ਇੱਕ ਸਬਸਟੈਂਸ ਹੈ ਸੈਮੀਕੰਡਕਟਰ। ਸੈਮੀਕੰਡਕਟਰ ਬਾਰੇ ਅਸੀਂ 9th ਯੂਨਿਟ ਚ ਪੜ੍ਹਨਾ ਹੈ। ਸੈਮੀਕੰਡਕਟਰ ਦੀ ਕੰਡਕਟਿਵਿਟੀ ਜਿਹੜੀ ਹੈ ਕੰਡਕਟਰ ਨਾਲੋਂ ਘੱਟ ਹੁੰਦੀ ਹੈ। ਕਰੰਟ ਫਲੋ ਕਰਦਾ ਸੈਮੀਕੰਡਕਟਰ ਦੇ ਵਿੱਚ, ਪਰ ਕੰਡਕਟਰ ਦੇ ਮੁਕਾਬਲੇ ਘੱਟ ਫਲੋ ਕਰਦਾ।
ਸਿਲੀਕੌਨ ਤੇ ਜਰਮੇਨੀਅਮ ਜਿਹੜੀ ਹੈ ਸੈਮੀਕੰਡਕਟਰ ਦੀ ਐਗਜ਼ਾਮਪਲ ਹੈ। ਸੈਮੀਕੰਡਕਟਰ ਵਿੱਚ ਕਰੰਟ ਨੂੰ ਪੈਦਾ ਕਰਨ ਵਾਲੇ ਜਿਹੜੇ ਚਾਰਜ ਕੈਰੀਅਰ ਹੁੰਦੇ ਨੇ, ਤੁਸੀਂ ਯਾਦ ਰੱਖਣਾ ਹੈ they are holes and electron। ਸੈਮੀਕੰਡਕਟਰ ਵਿੱਚ ਚਾਰਜ ਕੈਰੀਅਰ ਕਿਹੜੇ ਨੇ? ਹੋਲਸ ਤੇ ਇਲੈਕਟ੍ਰੋਨ। ਉਹਨਾਂ ਕਰਕੇ ਜਿਹੜਾ ਹੈ ਸੈਮੀਕੰਡਕਟਰ ਦੇ ਵਿੱਚ ਜਿਹੜਾ ਕਰੰਟ ਉਹ ਫਲੋ ਕਰਦਾ ਹੈ। ਨਾਓ ਕਰੰਟ ਕਿੰਨਾ ਕੁ ਵਾਇਰ ਦੇ ਵਿੱਚ ਫਲੋ ਕਰੇਗਾ ਉਹ ਡਿਪੈਂਡ ਕਰਦਾ ਹੈ ਦੋ ਫੈਕਟਰ ਤੇ। ਪਹਿਲੀ ਗੱਲ ਤੇ ਚਾਰਜ ਕਿੰਨਾ ਫਲੋ ਕਰਦਾ ਹੈ, ਨੰਬਰ 2 ਉਸ ਚਾਰਜ ਫਲੋ ਦਾ ਰੇਟ ਕਿੰਨਾ ਹੈ। ਜੇ ਰੇਟ ਆਫ ਫਲੋ ਆਫ ਚਾਰਜ ਜ਼ਿਆਦਾ ਹੈ ਤੇ ਤੁਹਾਡਾ ਜਿਹੜਾ ਕਰੰਟ ਦੀ ਵੈਲਿਊ ਜ਼ਿਆਦਾ ਆਏਗੀ। ਜੇ ਚਾਰਜ ਜ਼ਿਆਦਾ ਫਲੋ ਕਰਦਾ ਹੈ ਤੇ ਸਾਡੇ ਜਿਹੜਾ ਹੈ ਕਰੰਟ ਦੀ ਵੈਲਿਊ ਜਿਹੜੀ ਉਹ ਜ਼ਿਆਦਾ ਆਏਗੀ। ਨਾਓ ਚਾਰਜ ਦਾ ਫਲੋ ਹੋਣਾ ਬਹੁਤ ਜ਼ਰੂਰੀ ਹੈ, ਪਰ ਚਾਰਜ ਨੂੰ ਫਲੋ ਕੌਣ ਕਰਾਏਗਾ? ਹਾਊ ਦਾ ਚਾਰਜ ਫਲੋ, ਇਹਦੇ ਬਾਰੇ ਜਿਹੜਾ ਹੈ ਅਸੀਂ ਨੈਕਸਟ ਲੈਕਚਰ ਵਿੱਚ ਅਸੀਂ ਸਟੱਡੀ ਕਰਾਂਗੇ। ਜਿਸ ਤਰ੍ਹਾਂ ਮੰਨ ਲਓ ਮੇਰੇ ਕੋਲ ਕੋਈ ਅਲਮੀਰਾ ਹੈ, ਮੈਂ ਇਹਨੂੰ ਟੱਚ ਕਰ ਦਿੰਦਾ। ਜੇ ਅਲਮੀਰਾ ਨੂੰ ਟੱਚ ਕੀਤੀ ਹੈ, ਹੈਗੀ ਤੇ ਇਹ ਮੈਟਲ ਹੈ, ਪਰ ਕੀ ਇਹਦੇ 'ਚ ਫ੍ਰੀ ਇਲੈਕਟ੍ਰੋਨ ਨਹੀਂ ਹੈ? ਇਹਦੇ ਅੰਦਰ ਫ੍ਰੀ ਇਲੈਕਟ੍ਰੋਨ ਹੈਗੇ ਨੇ, ਬਟ ਕਰੰਟ ਤੇ ਫਿਰ ਵੀ ਨਹੀਂ ਆ ਰਿਹਾ। ਕਰੰਟ ਕਿਉਂ ਨਹੀਂ ਆ ਰਿਹਾ? ਜੇ ਫ੍ਰੀ ਇਲੈਕਟ੍ਰੋਨਸ ਦੀ ਗੱਲ ਕੀਤੀ ਹੈ, ਕਰੰਟ ਕਿਉਂ ਨਹੀਂ ਆ ਰਿਹਾ? ਐਕਚੁਅਲੀ ਦ ਇਲੈਕਟ੍ਰੋਨਸ ਆਰ ਨਾਟ ਮੂਵਿੰਗ। ਇਹਨਾਂ ਦੀ ਐਵਰੇਜ ਜਿਹੜੀ ਵੈਲੋਸਿਟੀ ਹੈ, ਥਰਮਲ ਵੈਲੋਸਿਟੀ, ਉਹ 0 ਹੈ। ਤੇ ਅਸੀਂ ਫਿਰ ਕਰੰਟ ਨੂੰ ਪ੍ਰੋਡਿਊਸ ਕਰਨ ਵਾਸਤੇ ਸਾਨੂੰ ਹੋਰ ਕਿਹੜੀਆਂ ਕੰਡੀਸ਼ਨਸ ਚਾਹੀਦੀਆਂ ਨੇ, ਇਹਦੇ ਬਾਰੇ ਜਿਹੜਾ ਅਸੀਂ ਨੈਕਸਟ ਲੈਕਚਰ ਵਿੱਚ ਜਿਹੜਾ ਹੈ ਉਹਨੂੰ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।